ਅੱਜ ਅਸੀਂ ਆਪਣਾ ਬੈਂਕਿੰਗ ਅਵੇਅਰਨੈਸ ਦਾ ਲੈਕਚਰ 34 ਦੇਖ ਰਹੇ ਹਾਂ। ਅੱਜ ਤੁਹਾਡੇ ਲਈ ਸਰਪ੍ਰਾਈਜ਼ ਹੈ ਕਿ ਅੱਜ ਮੈਂ ਤੁਹਾਨੂੰ ਕੋਈ ਆਨਸਰ ਨਹੀਂ ਦੱਸਣੇ, ਇੱਕ ਪੂਰਾ ਪ੍ਰੋਪਰ ਇੱਕ ਟੈਸਟ ਦਾ ਮਾਹੌਲ ਹੋਏਗਾ। ਮੈਂ ਕੁਐਸਚਨ ਬੋਲਾਂਗਾ ਅਤੇ ਆਪਣੇ ਆਪਸ਼ਨਸ ਬੋਲਾਂਗਾ। ਤੁਸੀਂ ਆਪਣਾ ਇੱਕ ਪੇਜ ਲੈ ਕੇ ਬੈਠਣਾ, ਉੱਥੇ ਘੱਟੋ ਘੱਟ ਤੁਸੀਂ ਆਪਣੀ ਲਾਈਨਿੰਗ ਬਣਾ ਲੈਣੀ ਹੈ 1 2 3 4 5 6 ਅਤੇ 1 ਦੇ ਅੱਗੇ ਆਪਣਾ ਆਪਸ਼ਨਸ ਲਗਾਈ ਜਾਣਾ। ਅਤੇ ਜਦੋਂ ਇਹ ਲੈਕਚਰ ਪੂਰਾ ਹੋ ਜਾਏਗਾ ਤੁਹਾਨੂੰ ਨਾਲ ਆਨਸਰਸ ਮਿਲਣਗੇ, ਯਾਨੀ ਕਿ ਆਨਸਰਸ ਤੁਹਾਨੂੰ ਮਤਲਬ ਜੇ ਮੈਂ ਗੱਲ ਕਰਾਂ ਇਸੇ ਟਾਈਮ, ਠੀਕ ਹੈ, ਇਸੇ ਟਾਈਮ ਤੁਹਾਨੂੰ ਲਾਸਟ ਵਿੱਚ ਮਿਲਣਗੇ। ਤੁਹਾਨੂੰ ਮੈਂ ਪੂਰੇ ਆਨਸਰਸ ਦਿਖਾਵਾਂਗਾ ਤਾਂ ਤੁਸੀਂ ਆਪਣਾ ਚੈੱਕ ਕਰ ਲੈਣਾ, ਠੀਕ ਹੈ। ਅਤੇ ਮੈਨੂੰ ਦੱਸਣੀ ਹੈ ਫਿਰ ਤੁਹਾਡਾ ਸਕੋਰ ਕਿੰਨਾ ਬਣਦਾ ਹੈ। ਇਸ ਵਿੱਚ ਜੋ ਮੈਂ ਤੁਹਾਨੂੰ ਕਰਾਇਆ ਉਹ ਵੀ ਹੈ, ਦੈਨ ਇੱਕ ਇਸ ਵਿੱਚ ਜਿਹੜਾ ਕਰੰਟ ਦਾ ਜਿਹੜਾ ਪਾਰਟ ਆ ਆਪਣਾ ਅਫੇਅਰਸ ਦਾ ਉਹ ਵੀ ਹੈ, ਅਤੇ ਸਟੈਟਿਕ ਪਾਰਟ ਜਿਹੜਾ ਮਤਲਬ ਸਟੈਟਿਕ ਪਾਰਟ ਜਿੰਨਾ ਮੈਂ ਕਰਾਇਆ ਉਸ ਤੋਂ ਇਲਾਵਾ ਐਕਸਟਰਾ, ਤਾਂ ਕਿ ਤੁਸੀਂ ਇੱਕ ਤਰ੍ਹਾਂ ਨਾਲ ਐਗਜ਼ਾਮ 'ਚ ਬੈਠੇ ਹੋ, ਦੈਨ ਤੁਹਾਡੇ ਸਾਹਮਣੇ ਕੋਈ ਵੀ ਅਨਐਕਸਪੈਕਟਿਡ ਚੀਜ਼ ਆ ਸਕਦੀ ਹੈ। ਤੁਸੀਂ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ, ਆਪਣੀ ਕਾਮਨ ਸੈਂਸ ਕਿਸ ਤਰ੍ਹਾਂ ਲਗਾਉਂਦੇ ਹੋ, ਉਹ ਤੁਹਾਡੇ ਉੱਪਰ ਡਿਪੈਂਡ ਕਰਦਾ। ਸੋ ਅੱਜ ਆਪਾਂ ਇਹ ਚੀਜ਼ ਤੁਹਾਡੇ ਤੋਂ ਦੇਖਣੀ ਆ ਆਪਾਂ ਨੇ। ਸੋ ਪਹਿਲਾ ਕੁਐਸਚਨ ਦੇਖਦੇ ਹਾਂ ਆਪਾਂ, ਤਿਆਰ ਹੋ ਜਾਓ, ਦੈਨ ਪੇਜ ਲੈ ਕੇ ਬੈਠਣਾ। ਚਲੋ ਤੁਹਾਨੂੰ ਮੈਂ 2 ਮਿੰਟ ਦਿੰਦਾ, 2 ਮਿੰਟ ਆਈ ਥਿੰਕ 20 ਸੈਕਿੰਡ ਦਿੰਦਾ, ਤੁਸੀਂ ਪੇਜ ਲੈ ਲਓ। ਸੋ ਅੱਜ ਆਪਾਂ ਨੇ 70 ਕੁਐਸਚਨ ਡਿਸਕਸ ਕਰਨੇ ਨੇ, ਦੈਨ 70-80 ਕੁਐਸਚਨ ਡਿਸਕਸ ਕਰਨੇ ਨੇ। ਤਾਂ ਉਸ ਵਿੱਚ ਤੁਹਾਡਾ ਸਕੋਰ ਕਿਆ ਰਿਹਾ ਤੁਸੀਂ ਮੈਨੂੰ ਦੱਸਣਾ। ਪਹਿਲਾ ਕੁਐਸਚਨ ਹੈ, ਦ ਨਿਊ ਡਿਵੈਲਪਮੈਂਟ ਬੈਂਕ ਏਮਸ ਟੂ ਮੋਬਿਲਾਈਜ਼ ਰਿਸੋਰਸਿਸ ਫॉर ਡਿਵੈਲਪਮੈਂਟ ਪ੍ਰੋਜੈਕਟਸ ਇਨ ਬ੍ਰਿਕਸ ਇਮਰਜਿੰਗ ਇਕਨੋਮਿਕਸ ਐਂਡ ਡਿਵੈਲਪਿੰਗ ਕੰਟਰੀਜ਼, ਵੇਅਰ ਇਜ਼ ਦ ਹੈਡਕੁਆਟਰ ਆਫ NDP। ਇਹ ਤੁਹਾਨੂੰ ਮੈਂ ਕਰਾਇਆ ਹੋਇਆ, ਮੈਂ ਇਹ ਵੀ ਦੱਸ ਦਿੰਦਾ। ਆਪਸ਼ਨ ਚਲੋ ਮੈਂ ਉਹਦੇ ਆਪਸ਼ਨਸ ਨਹੀਂ ਬੋਲਾਂਗਾ, ਖੁਦ ਪੜ੍ਹੋ ਆਪਸ਼ਨਸ ਅਤੇ ਦੱਸੋ ਮੈਨੂੰ। 10 ਸੈਕਿੰਡ ਦੇਵਾਂਗਾ। Next question. With the initial funding of $912.7 million, International Development Association was launched on, ਦੱਸੋ ਇਡਾ ਨੂੰ ਕਦੋਂ ਲਾਂਚ ਕੀਤਾ ਗਿਆ, ਇਹ ਵੀ ਤੁਹਾਨੂੰ ਦੱਸਿਆ ਹੋਇਆ। ਇਡਾ ਕਿਸ ਟਾਈਮ ਲਾਂਚ ਹੋਇਆ, 10 ਸੈਕਿੰਡ। ਅਗਲਾ ਕੁਐਸਚਨ, NIBM was established by the Reserve Bank of India in consultation with the Government of India, has an autonomous apex institution for research, training, education and consultancy in bank management। ਤਾਂ NIBM ਕਦੋਂ ਲਾਂਚ ਕੀਤਾ ਗਿਆ, ਕਦੋਂ ਇਸਟੈਬਲਿਸ਼ ਕੀਤਾ ਗਿਆ? 10 ਸੈਕਿੰਡ ਤੁਹਾਡੇ ਕੋਲ। ਅਗਲਾ ਕੁਐਸਚਨ, NIBM is a part of grand vision of giving a new direction to the banking industry in India and making the industry a more cost effective instrument for national development। ਤਾਂ ਦੱਸੋ NIBM stands for। ਮੈਂ ਤੁਹਾਨੂੰ NIBM ਦਾ ਫੰਕਸ਼ਨ ਵੀ ਦੱਸਦਾ ਉਹ ਕੀ ਕਰਦਾ। ਅਗਲਾ ਕੁਐਸਚਨ, NIBM, an autonomous academic institution, is governed by a board, is the highest policy making body, headquarter of NIBM। ਦੱਸੋ ਕਿਹੜਾ ਆਪਸ਼ਨ ਲੱਗੇਗਾ, ਹੈਡਕੁਆਟਰ ਕਿੱਥੇ ਹੈ NIBM ਦੇ? ਅਗਲਾ ਕੁਐਸਚਨ, is an electronic fund transfer system that operate on a deferred net settlement basis which settle transaction is in batches। ਦੱਸੋ ਅਗਲਾ ਕੁਐਸਚਨ, Central Office of a Reserve Bank was initially established in Calcutta but was permanently moved to Mumbai in ਕਿਹੜੇ ਸਨ ਵਿੱਚ ਜਿਹੜਾ ਹੈਡਕੁਆਟਰ ਸੀ, ਕੀ ਨਾਮ ਹੈ ਆਪਣਾ ਰਿਜ਼ਰਵ ਬੈਂਕ ਜਿਹੜਾ ਸੀ ਆਪਣਾ ਸੈਂਟਰਲ ਆਫਿਸ ਜਿਹੜਾ ਉਹਦਾ ਹੈਡਕੁਆਟਰ ਸੀ ਉਹ ਕਲਕੱਤਾ ਤੋਂ ਸ਼ਿਫਟ ਕੀਤਾ ਗਿਆ ਮੁੰਬਈ ਵਿੱਚ, ਕਿਹੜੇ ਸਨ 'ਚ ਕੀਤਾ ਗਿਆ? ਅਗਲਾ ਕੁਐਸਚਨ, The Reserve Bank of India is vested with the responsibility of conducting monetary policy। The responsibility is explicitly mandated under which act? ਦੱਸੋ ਕਿ RBI ਕੋਲ ਰਿਸਪੌਂਸਿਬਿਲਿਟੀ ਹੈ ਕਿ ਉਹ ਇੱਕ ਮੋਨੀਟਰੀ ਪੋਲਿਸੀ ਚਲਾਏਗਾ ਜਿਹਦੇ ਨਾਲ ਉਹ ਆਪਣੀ ਮਨੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ, ਠੀਕ ਹੈ, ਆਪਣੇ ਮਾਰਕੀਟ ਦੀ ਮਨੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ, ਇਹ ਉਹਦੀ ਰਿਸਪੌਂਸਿਬਿਲਿਟੀ ਹੈ। ਬਟ ਕਾਨੂੰਨ ਦੇ ਆਧਾਰ 'ਤੇ ਕਿਸ ਐਕਟ ਵਿੱਚ ਦਿੱਤਾ ਹੋਇਆ ਹੈ? ਅਗਲਾ ਕੁਐਸਚਨ, a facility under which scheduled commercial bank can borrow additional amount of overnight money
from the RBI by dipping into their statutory liquidity ratio, it's called। ਇਹ ਵੀ ਤੁਹਾਨੂੰ ਦੱਸਿਆ ਹੋਇਆ ਮੈंने। ਕਹਿਣ ਦਾ ਭਾਵ ਇਹ ਕਿ ਐਮਰਜੈਂਸੀ ਦੌਰਾਨ, ਠੀਕ ਹੈ, ਬਾਕੀ ਸਾਰੀ ਫੈਸਿਲਿਟੀਆਂ ਯੂਜ਼ ਕਰਨ ਤੋਂ ਬਾਅਦ ਇੱਕ ਐਸੀ ਫੈਸਿਲਿਟੀ ਹੈ ਜਿਸ ਦੇ ਯੂਜ਼ ਨਾਲ ਤੁਸੀਂ ਰਾਤੋਂ ਰਾਤ ਪੈਸਾ ਲੈ ਸਕਦੇ ਹੋ RBI ਤੋਂ। ਸਿੰਪਲ ਜੀ ਗੱਲ 'ਚ ਕਹਾਂ, ਰਾਤੋਂ ਰਾਤ ਤੁਹਾਨੂੰ ਪੈਸਾ ਮਿਲ ਸਕਦਾ। ਅਗਲਾ ਕੁਐਸਚਨ, ਨੈਸ਼ਨਲ ਹਾਊਸਿੰਗ ਬੈਂਕ ਵਾਸ ਸੈਟਅਪ ਅੰਡਰ ਦੀ ਨੈਸ਼ਨਲ ਹਾਊਸਿੰਗ ਬੈਂਕ ਐਕਟ 1987 ਕਿਹੜੇ ਸੰਨ 'ਚ ਹੋਇਆ ਸੀ? ਯਾਨੀ ਕਿ ਇਹ ਉਰੇ ਪੁੱਛ ਰਹੇ ਨੇ ਨੈਸ਼ਨਲ ਹਾਊਸਿੰਗ ਬੈਂਕ ਜਿਹੜਾ ਹੈ ਉਹ ਕਦੋਂ ਸੈਟਅਪ ਹੋਇਆ। ਅਗਲਾ ਕੁਐਸਚਨ, an asset dash an asset including a lease asset becoming non performing when it ceases to generate the income from its bank, ਦੱਸੋ। अगला क्वेश्चन, NPA स्टैंड्स फॉर, NPA की क्या फुल फॉर्म है? अगला क्वेश्चन, मुद्रा is a financial institution has been set up by the government of India for development and the refinancing micro units enterprises. What is the meaning of A in मुद्रा? माफ करना, मुद्रा बारे तुहानूं दस्सिया होया मैंने। अगला क्वेश्चन, मुद्रा स्टैंड्स फॉर, अगला क्वेश्चन, इंडिया वाज वन ऑफ द फर्स्ट इन एशिया टू रिकगनाइज द इफेक्टिवनेस ऑफ द एक्सपोर्ट प्रोसैसिंग यूनिट। सॉरी मैं दस ही दिता तुहानूं, चलो ਇਹਦਾ ਆਪਣੇ ਪਿਛਲੇ ਲੈਕਚਰ 'ਚ ਕੀਤਾ ਵੀ ਸੀ। ਤੁਹਾਡੇ ਲਈ ਇੱਕ ਤਰ੍ਹਾਂ ਦਾ ਉਲਟਾ ਕੇ ਕੁਐਸਚਨ ਪੁੱਛਿਆ ਹੋਇਆ ਤੁਹਾਡੇ ਤੋਂ, ਚਲੋ ਇਹ ਤੁਸੀਂ ਸਕਿਪ ਕਰ ਦਿਓ। ਏਸ਼ੀਆਜ਼ ਫਸਟ EPG ਵਾਸ ਸੈਟਅਪ ਇਨ, ਇਹ ਤੁਹਾਨੂੰ ਦੱਸਣਾ ਮੈਨੂੰ, ਇਹ ਤੁਹਾਨੂੰ ਮੈਂ ਕੱਲ੍ਹ ਕਰਾਇਆ ਵੀ ਸੀ। अगला क्वेश्चन, NPA is a loan or advance where interest or installment of principal remain overdue for a period of more than dash days in respect of term loan। NPA ਕਦੋਂ ਬਣ ਜਾਂਦਾ ਹੈ? ਜਦ ਉਹ ਲੋਨ ਕਿੰਨੇ ਦਿਨਾਂ ਤੱਕ ਰਿਮੇਨ ਡਿਊ ਰਹਿੰਦਾ ਹੈ, ਤਾਂ ਉਸ ਤੋਂ ਬਾਅਦ ਉਹਨੂੰ NPA ਕਹਾਉਣ ਲੱਗ ਜਾਂਦੇ ਆ। ਤਾਂ ਉਹ ਕਿੰਨੇ ਡੇਜ਼ ਹੋ ਸਕਦੇ ਆ? अगला क्वेश्चन, NPA is a loan or an advance where, ਇਹਦਾ ਆਨਸਰ ਤੁਸੀਂ ਦੱਸਣਾ ਮੈਨੂੰ। ਇਸ ਤਰ੍ਹਾਂ ਦੇ ਕੁਐਸਚਨ ਉੱਥੇ ਪੁੱਛੇ ਜਾਣਗੇ, ਉੱਥੇ ਕੋਈ ਐਕਸਪਲੇਨ ਨਹੀਂ ਕਰੇਗਾ। ਤਾਂ ਤੁਹਾਡੇ ਲਈ ਟੈਸਟ ਵੀ ਹੈ, ਮੈਂਟਲੀ ਟੈਸਟ ਵੀ ਹੈ ਕਿ ਤੁਸੀਂ ਇਸ ਸਟੇਟਮੈਂਟ ਤੋਂ ਕਿਆ ਸਮਝ ਪਾ ਰਹੇ ਹੋ। ਅਗਲਾ ਕੁਐਸਚਨ, ਦ ਪਰਪਸ ਆਫ ਮੁਦਰਾ is to provide funding to the non-corporate small business sector through various last mile financial institutions like। अगला क्वेश्चन, मुद्रा बैंक, a non-banking financing company, a Mudra Limited has been set up as a subsidiary of Dash। ਦੱਸੋ ਕਿਹਦੀ ਸਬਸਿਡਰੀ ਹੈ ਮੁਦਰਾ? अगला क्वेश्चन, a Dash is a bank certificate issued in more than one country for shares in a foreign company। ਦੱਸੋ। अगला क्वेश्चन, Dash is a specific division of banking related to the creation of capital for other companies, government and other entities। ਕਿਹੜੀ ਐਸੀ ਬੈਂਕਿੰਗ ਸਪੈਸ਼ਲ ਕੰਮ ਕਰਦੀ ਹੈ? ਉਹ ਇੱਕ ਬੈਂਕਿੰਗ ਦਾ ਹਿੱਸਾ ਹੈ ਜੋ ਕਰਦੀ ਕੀ ਹੈ, ਕੈਪੀਟਲ ਕ੍ਰੀਏਟ ਕਰਦੀ ਹੈ। ਕਿਹਨਾਂ ਲਈ? ਕੰਪਨੀਜ਼ ਲਈ, ਗੌਰਮੈਂਟਸ ਲਈ। ਐਸੀ ਕਿਹੜੀ ਐਸੀ ਸਪੈਸੀਫਿਕ ਡਿਵੀਜ਼ਨ ਹੈ? अगला क्वेश्चन थोड़ा पुराना है, द वरिष्ठा पेंशन बीमा योजना, a pension scheme for senior citizens, was approved by Union Cabinet। It approved an assured pension based on guarantee rate of return 8% for कितने सालों ਲਈ? अगला क्वेश्चन, लोन डिसबर्स अंडर मुद्रा योजना इज इंश्योर्ड बाय, ਜਿਹੜਾ ਲੋਨ ਪ੍ਰੋਵਾਈਡ ਕੀਤਾ ਜਾਂਦਾ ਮੁਦਰਾ ਦੁਆਰਾ, ਇਸ ਯੋਜਨਾ ਦੁਆਰਾ, ਉਹਨੂੰ ਇੰਸ਼ੋਰ ਕੌਣ ਕਰਦਾ?
ਇਹਦੇ ਬਾਰੇ ਵੀ ਤੁਹਾਨੂੰ ਦੱਸਿਆ ਹੋਇਆ। ਮੈਂ ਫੇਰ ਕਹਿ ਰਿਹਾ ਕੁਝ ਕੁਐਸਚਨ ਐਸੇ ਨੇ ਜੋ ਸ਼ਾਇਦ ਮੈंने ਤੁਹਾਨੂੰ ਨਾ ਕਰਾਏ ਹੋਣ, ਠੀਕ ਹੈ, ਕਿਉਂਕਿ ਉਹ ਸਟੈਟਿਕ ਦਾ ਪਾਰਟ ਹੈ। ਤੁਸੀਂ ਸਟੈਟਿਕ ਜਿੰਨਾ ਕਰੋਗੇ ਉਨਾ ਘੱਟ ਹੈ, ਬਟ ਉਰੇ ਤੁਸੀਂ ਧਿਆਨ ਰੱਖਣਾ ਜਿੰਨਾ ਤੁਹਾਨੂੰ ਮੈਂ ਕਰਾਇਆ ਨਾ ਉਹ 95-96% ਤੱਕ ਬੈਟਰ ਹੈ। ਯਾਨੀ ਕਿ ਤੁਹਾਡੇ ਜੇ 10 ਕੁਐਸਚਨ ਆਉਣਗੇ, ਇੱਕ ਕੁਐਸਚਨ ਬਾਹਰੋਂ ਆ ਸਕਦਾ ਕੋਈ ਸਟੈਟਿਕ ਦਾ, ਕੋਈ ਜਿਹੜਾ ਸ਼ਾਇਦ ਮੇਰੇ ਵੱਲੋਂ ਨਾ ਕਿ ਕਰਾਇਆ ਗਿਆ ਹੋਵੇਗਾ, ਠੀਕ ਹੈ। ਮਗਰ 9 ਕੁਐਸਚਨ ਵਿੱਚੋਂ 5 ਕੁਐਸਚਨ ਕਨਸੈਪਟ ਦੇ ਹੋਣਗੇ, 4 ਕੁਐਸਚਨ ਤੁਹਾਡੇ ਕਰੰਟ ਅਫੇਅਰਸ ਦੇ ਹੋ ਸਕਦੇ ਆ, 2 ਉਹ ਵੀ ਮੈਂ ਤੁਹਾਨੂੰ ਕਰਾਏ ਨੇ, ਠੀਕ ਹੈ। ਇੱਕ ਲੈਕਚਰ ਆਏਗਾ ਤੁਹਾਡਾ 1.5 ਘੰਟੇ ਦਾ ਕਰੰਟ ਅਫੇਅਰਸ ਦਾ, ਉਸ 'ਚੋਂ ਆਏਗਾ, ਤਾਂ ਤੁਹਾਡੇ 9 ਨੰਬਰ ਤਾਂ ਪੱਕੇ ਬਣਦੇ ਆ। ਬਾਕੀ ਤੁਹਾਡੀ ਆਬਜ਼ਰਵੇਸ਼ਨ ਕਿਵੇਂ ਹੈ, ਤੁਸੀਂ ਨਿਊਜ਼ਪੇਪਰ ਰੋਜ਼ ਪੜ੍ਹ ਰਹੇ ਹੋ ਨਹੀਂ ਪੜ੍ਹ ਰਹੇ ਹੋ। ਮੈਂ ਤਾਂ ਤੁਹਾਨੂੰ ਰੋਜ਼ ਨਿਊਜ਼ਪੇਪਰ ਨਹੀਂ ਕਰਾ ਸਕਦਾ, ਕਰੰਟ ਅਫੇਅਰਸ ਕਰਾ ਰਿਹਾ ਤੁਹਾਨੂੰ ਮੈਂ। ਉਸ ਤੋਂ ਇਲਾਵਾ ਵੀ ਨਿਊਜ਼ਪੇਪਰ ਪੜ੍ਹਨਾ ਜ਼ਰੂਰੀ ਹੈ, ਠੀਕ ਹੈ, ਕਲੈਰਿਟੀ ਰੱਖਣੀ ਜ਼ਰੂਰੀ ਹੈ। ਅਸੀਂ ਬਾਕੀਆਂ ਵਾਂਗ ਨਹੀਂ ਮੈਂ ਕਹਿ ਸਕਦੇ ਕਿ ਤੁਸੀਂ ਸਾਡੇ 'ਚੋਂ ਹੀ ਪੂਰਾ ਪੜ੍ਹ ਲਓ, ਤੁਹਾਡੀ ਖੁਦ ਦੀ ਜੀ ਜ਼ਿੰਮੇਵਾਰੀ ਵੀ ਹੈ, ਕਿਉਂਕਿ ਬੈਂਕਿੰਗ ਐਸਾ ਮਤਲਬ ਟੌਪਿਕ ਹੈ ਨਾ ਜਿਸ ਦਾ ਤੁਸੀਂ ਕੋਈ ਉਹ ਹੀ ਨਹੀਂ ਹੈ, ਲਿਮਿਟ ਹੀ ਨਹੀਂ ਹੈ। ਕਾਫੀ ਚੀਜ਼ਾਂ ਕਨੈਕਟਿਡ ਹੈ, ਇਕਨੋਮਿਕਸ ਨਾਲ ਕਨੈਕਟਿਡ ਹੈ, ਠੀਕ ਹੈ। ਜਿਸ ਮਰਜ਼ੀ ਨਾਲ ਤੁਸੀਂ ਇਹਨੂੰ ਕਨੈਕਟ ਕਰ ਸਕਦੇ ਹੋ। ਸੋ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਮੇਰਾ ਕਿਰਾਇਆ ਤੁਹਾਨੂੰ 100% ਪ੍ਰੋਵਾਈਡ ਤਦ ਕਰੇਗਾ ਜਦ ਤੁਹਾਡੀ ਵੀ ਕੰਟਰੀਬਿਊਸ਼ਨ ਹੋਏਗੀ। ਓਕੇ, ਚਲੋ ਅਗਲਾ ਕੁਐਸਚਨ। Multilateral Investment Guarantee Agency is an international financial institution which offers the political risk insurance and credit enhancement guarantee. Where is the head office of the MIGA? ਇਹ ਤੁਹਾਨੂੰ ਦੱਸਿਆ ਹੋਇਆ ਮੈंने, MIGA ਬਾਰੇ ਵੀ ਦੱਸਿਆ ਹੋਇਆ, ਉਰੇ ਐਕਸਪਲੇਨ ਕਰਨ ਦੀ ਲੋੜ ਨਹੀਂ। ਵੀਨਾ 'ਚ ਹੈ, ਵਾਸ਼ਿੰਗਟਨ DC ਵਿੱਚ ਹੈ, ਪੈਰਿਸ 'ਚ ਹੈ, ਲੰਡਨ 'ਚ ਹੈ, ਨਿਊਯਾਰਕ 'ਚ ਹੈ, ਦੱਸੋ। ਚਲੋ ਅਗਲਾ ਕੁਐਸਚਨ। CRISIL pioneered the first corporate sector rating in 1988. What type of a company? ਇੱਕ ਰੇਟਿੰਗ ਕੰਪਨੀ ਹੈ ਜੋ ਰੇਟ ਕਰਦੀ ਹੈ ਅਲੱਗ-ਅਲੱਗ ਬੈਂਕਿੰਗਸ ਨੂੰ, ਹੈ ਨਾ, ਇੰਡਸਟਰੀ ਨੂੰ, ਆਪਣੇ ਇੰਡੀਆ ਦੇ ਲੋਨਸ ਨੂੰ ਰੇਟ ਕਰਦੀ ਹੈ, ਡਨ। ਤਾਂ ਕਿਸ ਤਰ੍ਹਾਂ ਦੀ ਕੰਪਨੀ ਹੈ? ਲੈਂਡਰ ਕੰਪਨੀ ਹੈ, ਜੋਗ੍ਰਾਫੀਕਲ ਕੰਪਨੀ ਹੈ, ਐਨਾਲਿਟੀਕਲ ਕੰਪਨੀ ਹੈ, ਇੰਸ਼ੋਰੈਂਸ ਕੰਪਨੀ ਹੈ। ਅਗਲਾ ਕੁਐਸਚਨ। ਹਾਊ ਮੈਨੀ ਬੈਂਕਸ ਵੇਰ ਨੈਸ਼ਨਲਾਈਜ਼ਡ ਇਨ 1969? ਦੱਸੋ। अगला क्वेश्चन। Dash is an accounting term that refer to the process of locating the cost of an intangible asset or reduction in amount of loan over a period of time. ਇਹ ਵੀ ਕਰਾਇਆ ਹੋਇਆ ਤੁਹਾਨੂੰ, ਬਹੁਤ ਆਸਾਨ ਹੈ, ਖੁਦ ਸਮਝੋ ਕੀ ਕਹਿਣਾ ਕੀ ਚਾਹ ਰਿਹਾ। अगला क्वेश्चन। National Institute of Security Markets is a public trust established by? अगला क्वेश्चन। गवर्नमेंट हैड्स नोटिफाइड रेजिंग टू द थ्रैशोल्ड लिमिट ऑफ पीएफ ਦਾ क्या मतलब ਤੁਹਾਡੇ ਲਈ ਹੋਮਵਰਕ ਹੈ। विड्रॉल फॉर रिडक्शन ऑफ टैक्स फ्रॉम एग्जिस्टिंग 30,000 टू पीएफ की थ्रैशोल्ड लिमिट ਵਧਾਈ गई है, ठीक है, विड्रॉल लिमिट ਵਧਾਈ गई है। अगला क्वेश्चन। क्रेडिट कार्ड फैसिलिटी हैज़ नॉट गिवन बाय विच इंस्टीट्यूशन? ये भी कराया होया। अगला क्वेश्चन। An ELSS is a diverse equity mutual fund which has the majority of the corpus invested in equities. What is the meaning of L in the ELSS? ELSS. अगला क्वेश्चन। CAGR is the mean annual growth rate of an investment over a specific period of time longer than 1 year. What stands for CAGR? अगला क्वेश्चन। नेम द ऑर्गेनाइजेशन विच रेगुलेट द माइक्रो फाइनेंस गिवन बाय NBFC। ਜਿਹੜੇ ਸਾਨੂੰ ਨੋਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਜ਼ ਹੈ ਜੋ ਸਾਨੂੰ ਮਾਈਕਰੋ ਫਾਈਨੈਂਸ ਦਿੰਦੀਆਂ, ਉਹਨਾਂ ਨੂੰ ਰੈਗੂਲੇਟ ਕੌਣ ਕਰਦਾ? ਅਗਲਾ ਕੁਐਸਚਨ। ਡੈਸ਼ ਇਜ਼ ਅ ਸਿਕਿਉਰ ਮੈਸੇਜਿੰਗ ਸਟੈਂਡਰਡ ਡਿਵੈਲਪਮੈਂਟ ਟੂ ਸਰਵ ਐਜ਼ ਦ ਪਲੇਟਫਾਰਮ ਫॉर इंट्रा बैंक एंड इंटर बैंक एप्लीकेशन।
अगला क्वेश्चन, रिस्क वाला भी चैप्टर कराया से ਤੁਹਾਨੂੰ मैं। A risk is the risk of default on debt that may arise from a borrower failing to make required payments। ਕਿਹੜਾ ਰਿਸਕ ਹੋਏਗਾ ਉਹ? अगला क्वेश्चन, LAF is a monetary policy tool which allows the banks to borrow money through repurchase agreements or repos। What is the meaning of L in LAF? ਇਹ ਕਰਾਇਆ ਹੋਇਆ। अगला क्वेश्चन, the dash is where overnight one day loans can be availed by banks to meet liquidity। अगला क्वेश्चन, dash n is used by startup to bypass the rigorous and regulated capital raising process required by venture capital or banks। ਦੱਸੋ। Dash of a bank is the ratio of deposit in current and saving accounts to total deposits। ਕੀ ਕਹਿੰਦੇ ਇਹਨੂੰ? ਮਤਲਬ ਕੋਈ ਇੱਕ ਰੇਸ਼ੋ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ, ਉਹ ਕਿਹੜੀ ਡੈਫੀਨੇਸ਼ਨ ਹੈ, ਕਿਸ ਆਪਸ਼ਨ ਦੀ ਸਾਨੂੰ ਡੈਫੀਨੇਸ਼ਨ ਦੇ ਨਾਲ ਮੇਲ ਖਾਉਂਦੀ ਹੈ। ਅਗਲਾ ਕੁਐਸਚਨ, ਡੈਸ਼ ਇਜ਼ ਅ ਟ੍ਰੇਡ ਐਂਡ ਇਕਨੋਮਿਕ ਪਾਲਿਸੀ ਵਿਚ ਐਡਵੋਕੇਟਸ ਰਿਪਲੇਸਿੰਗ ਫੋਰਨ ਇੰਪੋਰਟਸ ਵਿਦ ਡੋਮੈਸਟਿਕ ਪ੍ਰੋਡਕਸ਼ਨ। ਕਿਹੜੀ ਐਸੀ ਹੋ ਸਕਦੀ ਹੈ, ਦੱਸੋ ਕਿਹੜੀ ਐਸੀ ਪਾਲਿਸੀ ਦੀ ਗੱਲ ਕਰ ਰਹੇ ਹੋ। ਅਗਲਾ ਕੁਐਸਚਨ, to make the payments process easier for Government of India has launched the payment transfer mechanism for cashless electronic payments। ਦੱਸੋ ऐसी ਕਿਹੜੀ ਚੀਜ਼ ਹੈ ਜਿਹਦੇ ਨਾਲ ਪੇਮੈਂਟਸ ਆਸਾਨ ਹੋ ਚੁੱਕੀ ਹੈ। ਅਗਲਾ ਕੁਐਸਚਨ, which among the following is not a function of RBI। ਇਹ ਤਾਂ ਬਹੁਤ ਆਸਾਨ ਹੈ। चलो, slow down in the rate of increase of price of goods and services in the national GDP over a time called। ਕੀ ਕਹਿੰਦੇ ਇਹਨੂੰ? ਇਕਨੋਮਿਕਸ ਦਾ ਕੁਐਸਚਨ ਆ ਗਿਆ ਤੁਹਾਡੇ ਵਿੱਚ। ਜਿਹੜੇ ਪ੍ਰਾਈਸਿਸ ਦੇ ਰੇਟ ਹੈ ਉਹ ਘਟਦੇ ਜਾ ਰਹੇ ਨੇ, ਸਮਝ ਗਏ। ਇਨ ਦਾ ਨੈਸ਼ਨਲ ਜਿਹੜੀ GDP ਹੈ ਉਸ ਵਿੱਚ ਜਿਹੜੇ ਪ੍ਰਾਈਸਿਸ ਦੇ ਰੇਟ ਆ ਉਹ ਘਟਦੇ ਜਾ ਰਹੇ ਨੇ, ਸਲੋ ਡਾਊਨ ਹੋ ਰਹੇ ਨੇ, ਮਗਰ ਇੱਕਦਮ ਨਹੀਂ ਹੋ ਰਹੇ, ਓਵਰ ਅ ਟਾਈਮ ਹੋ ਰਹੇ ਨੇ। ਤਾਂ ਉਸ ਨੂੰ ਆਪਾਂ ਇੱਕ ਡੈਫੀਨੇਸ਼ਨ ਦੇ ਨਾਮ ਨਾਲ ਜਾਣਦੇ ਹਾਂ, ਠੀਕ ਹੈ। ਇੱਕ ਟਰਮ ਹੈ ਜਿਸ ਦੀ ਇਹ ਡੈਫੀਨੇਸ਼ਨ ਹੈ, ਇਨਫਲੇਸ਼ਨ ਦੀ ਟਾਈਪ ਹੀ ਇੱਕ ਤਰ੍ਹਾਂ ਦੀ। ਅਗਲਾ ਕੁਐਸਚਨ, ਡੈਸ਼ ਇਜ਼ ਅ ਮਾਰਕੀਟ ਫੋਰਮ ਵੇਅਰ ਅ ਮਾਰਕੀਟ ਔਰ ਇੰਡਸਟਰੀ ਇਜ਼ ਡੋਮੀਨੇਟਡ ਬਾਈ ਅ ਸਮੋਲ ਨੰਬਰ ਆਫ ਸੈਲਰਸ। ਦੱਸੋ। ਐਸੀ ਇੰਡਸਟਰੀ ਜਿੱਥੇ ਸਾਨੂੰ ਸਮੋਲ ਨੰਬਰ ਆਫ ਸੈਲਰਸ ਦੇਖਣ ਨੂੰ ਮਿਲਦੇ ਆ, ਉਹੀ ਡੋਮੀਨੇਟ ਕਰਦੇ ਨੇ। ਅਗਲਾ ਕੁਐਸਚਨ, ਡੈਸ਼ ਇਜ਼ ਅ ਰਿਟਨ ਕਮਿਟਮੈਂਟ ਬਾਈ ਅ ਬੈਂਕ ਇਸ਼ੂਡ ਆਫਟਰ ਅ ਰਿਕੁਐਸਟ ਬਾਈ ਐਨ ਇੰਪੋਰਟਰ ਡੈਟ ਪੇਮੈਂਟ ਵਿਲ ਬੀ ਮੇਡ ਟੂ ਦ ਬੈਨੀਫਿਸ਼ਰੀ ਯਾਨੀ ਕਿ ਐਕਸਪੋਰਟਰ ਪ੍ਰੋਵਾਈਡਿਡ ਡੈਟ ਦ ਟਰਮਸ ਐਂਡ ਕੰਡੀਸ਼ਨਸ। ਦੱਸੋ ਕਿਹੜੀ ਕਮਿਟਮੈਂਟ ਹੁੰਦੀ ਉਹ ਜਿਹੜੀ ਬੈਂਕ ਦਿੰਦਾ ਜਦੋਂ ਇੰਪੋਰਟਰ ਉਹਨੂੰ ਰਿਕੁਐਸਟ ਕਰਦਾ ਕਿ ਤੂੰ ਮੈਂ ਐਕਸਪੋਰਟਰ ਨੂੰ ਪੈਸੇ ਦੇ ਦੀ ਵਿਦ ਦੀ ਟਰਮ ਐਂਡ ਕੰਡੀਸ਼ਨਸ। ਤਾਂ ਕਿਹੜੀ ਐਸੀ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ ਬੈਂਕ, ਕੀ ਹੁੰਦੀ ਉਹ ਚੀਜ਼। ਅਗਲਾ ਕੁਐਸਚਨ, ਬੈਂਕਿੰਗ ਕੋਰਸਪੋਂਡੈਂਟਸ ਆਰ ਇੰਡੀਵਿਜੂਅਲ ਐਂਟੀਟੀਜ਼ ਇੰਗੇਜਡ ਬਾਈ ਅ ਬੈਂਕ ਇਨ ਇੰਡੀਆ, ਕਮਰਸ਼ੀਅਲ ਬੈਂਕਸ, ਰੀਜਨਲ ਰੂਰਲ ਬੈਂਕਸ ਐਂਡ ਲੋਕਲ ਏਰੀਆਜ਼ ਬੈਂਕ ਫॉर ਪ੍ਰੋਵਾਈਡਿੰਗ ਬੈਂਕਿੰਗ ਸਰਵਿਸ ਇਨ ਅਨਬੈਂਕਡ ਅੰਡਰਬੈਂਕਡ ਜੋਗ੍ਰਾਫੀਕਲ ਟੈਰੀਟਰੀਜ਼ ਬੇਸਿਸ ਆਰ ਪੇਡ ਬਾਈ। ਦੱਸੋ। ਉਰੇ ਬੈਂਕਿੰਗ ਕੋਰਸਪੋਂਡੈਂਟ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਪ੍ਰੋਫੈਸ਼ਨ ਦੀ ਗੱਲ ਹੋ ਰਹੀ ਆ। ਕਮਰਸ਼ੀਅਲ ਬੈਂਕ 'ਚ ਕੰਮ ਕਰਦੇ ਨੇ, RRB 'ਚ ਕੰਮ ਕਰਦੇ ਨੇ, ਲੋਕਲ ਏਰੀਆ 'ਚ ਹੁੰਦੇ ਨੇ। ਉਹਨਾਂ ਨੂੰ ਕੌਣ ਪੇਡ ਕਰਦਾ? ਥਰਡ ਪਾਰਟੀ ਬੈਂਕ ਵਿਦ ਦੀ ਅਪੁਆਇੰਟ ਬੇਸਿਸ, RBI, NABARD, RRB। अगला क्वेश्चन, वट इज़ द मैक्सिमम लिमिट फॉर सेविंग अकाउंट्स इन इंडिया पोस्ट पेमेंट बैंक। दसो। अगला क्वेश्चन, किसान क्रेडिट कार्ड स्कीम इज़ अ क्रेडिट स्कीम इंट्रोड्यूस्ड इन अगस्त 1998 by Indian banks
ਦਿਸ ਮੋਡਲ ਸਕੀਮ ਵਾਸ ਪ੍ਰੀਪੇਅਰਡ ਬਾਏ, ਇਸ ਸਕੀਮ ਨੂੰ ਕਿੰਨੇ ਪ੍ਰੀਪੇਅਰ ਕੀਤਾ ਸੀ? ਕਿਸਾਨ ਕ੍ਰੈਡਿਟ ਸਕੀਮ ਨੂੰ। ਅਗਲਾ ਕੁਐਸਚਨ ਰਹਿਣ ਦਿਓ ਤੁਸੀਂ। NABARD was dedicated to the services of the nation by the late Prime Minister Indira Gandhi on, ਦੱਸੋ। ਯਾਨੀ ਕਿ ਉਰੇ ਇਹ ਪੁੱਛ ਰਿਹਾ NABARD ਕਦੋਂ ਸਟੈਬਲਿਸ਼ ਹੋਇਆ? ਅਗਲਾ ਕੁਐਸਚਨ, ਦ ਮਿਸ਼ਨ ਆਫ NABARD is promote the sustainable and equitable agriculture and rural prosperity through effective credit support, related services, institution development and other innovative initiatives. What is the meaning of R in the NABARD? R ਦੀ ਕਿਆ ਫੁੱਲ ਫॉर्म ਹੈ NABARD ਵਿੱਚ? R ਕੀ ਕਹਿੰਦੇ, R ਨੂੰ ਕੀ ਕਹਿੰਦੇ ਦੱਸੋ? ਉੱਪਰ NABARD ਦੀ ਉਹਨਾਂ ਨੇ ਫੀਚਰ ਦੱਸੇ ਨੇ, ਤਾਂ ਅੰਤ ਵਿੱਚ ਇਹ ਪੁੱਛ ਰਹੇ ਨੇ ਕਿ NABARD ਵਿੱਚ R ਕਿਹਨੂੰ ਕਹਿੰਦੇ ਨੇ। अगला क्वेश्चन, SAT is a statutory body established under the provisions of section 15K of the Securities and Exchange Board of India Act. SAT stands for, SAT किन्नू कहते हैं दसो? अगला क्वेश्चन, SEBI was established on, कदों established होया हो, किस तरीक, किहड़े सन विच ते किहड़े महीने विच होया? अगला क्वेश्चन, NABARD was set up with the initial capital of, NABARD ਜਦੋਂ ਸੈਟਅਪ ਹੋਇਆ ਸੀ ਕਿੰਨੀ ਕੈਪੀਟਲ ਲੈ ਕੇ ਗਿਆ, ਮਤਲਬ ਸਟਾਰਟ ਹੋਇਆ ਸੀ? ਕਹਿੰਦੇ ਆ ਨਾ ਕੁਝ ਪੈਸਾ ਲਗਾ ਕੇ ਸਾਨੂੰ ਬਿਜ਼ਨਸ ਕਰਨਾ ਪੈਂਦਾ। ਇਸੇ ਤਰੀਕੇ ਨਾਲ ਜੇ ਕੋਈ ਇੰਸਟੀਟਿਊਸ਼ਨ ਸਟੈਬਲਿਸ਼ ਹੁੰਦਾ ਤਾਂ ਉਹਨੂੰ ਕਿੰਨੇ ਪੈਸੇ ਨਾਲ ਉਹਨੇ ਸਟਾਰਟ ਕੀਤਾ ਸੀ? 200 ਕਰੋੜ, 1500 ਕਰੋੜ, 500 ਕਰੋੜ, 100 ਕਰੋੜ, 1000 ਕਰੋੜ। अगला क्वेश्चन, एट प्रेजेंट मैनी पब्लिक सेक्टर बैंक्स एंड वन प्राइवेट सेक्टर बैंक आर ऑथराइज टू हैंडल दी सीनियर सिटीजन सेविंग स्कीम। ध्यान नाल पढ़ो कि काफ़ी सारे पब्लिक बैंक्स ते एक प्राइवेट सेक्टर बैंक जिन्हां कोल परमिशन है कि वो सीनियर सिटीजन सेविंग स्कीम्स नूं हैंडल कर सकते हैं। तो दसो किहड़ा ऐसा कल्ला ते पहला बैंक है जिस को ऑथराइजेशन गई है, जे आपां सरकारी बैंकों नूं छड्ड दईए, जो हैंडल कर रहे हैं सीनियर सिटीजन सेविंग स्कीम 2004 की। ਕਿਹੜਾ ਐਸਾ ਬੈਂਕ ਹੋ ਸਕਦਾ? ਅਗਲਾ ਕੁਐਸਚਨ, ਗਵਰਨਮੈਂਟ ਆਫ ਇੰਡੀਆ ਹੈਜ਼ ਇਨੈਕਟਿਡ ਅ MSME Act 2006 in terms of which the definition of the MSME under a micro enterprises is the enterprises where the investment in plant and machinery does not exceed। ਦੱਸੋ। MSME ਤੁਸੀਂ ਸੁਣਿਆ ਹੋਇਆ ਨਾ ਨਾਮ, ਜਿਹੜੇ ਛੋਟੇ ਉਦਯੋਗਪਤੀ ਹੁੰਦੇ ਨੇ, ਜਿਹੜੇ ਛੋਟੇ ਛੋਟੇ ਕਾਰੋਬਾਰ ਹੁੰਦੇ ਨੇ, ਉਹਨਾਂ ਨੂੰ ਡੈਫੀਨੇਸ਼ਨ 'ਚ ਵੰਡਿਆ ਹੋਇਆ। ਤਾਂ ਉਹਦੇ ਮਾਈਕਰੋ ਦੀ ਡੈਫੀਨੇਸ਼ਨ ਪੁੱਛ ਰਹੇ ਨੇ, ਮਾਈਕਰੋ ਐਂਟਰਪ੍ਰਾਈਜ਼ਸ ਕਿਹੜੇ ਕਿਹੜੇ ਆਉਣਗੇ, ਅਤੇ ਉਹ ਲਿਮਿਟ ਪੁੱਛ ਰਹੇ ਨੇ ਕਿ ਉਹ ਕਿੰਨੀ ਇਨਵੈਸਟਮੈਂਟ ਵਾਲੇ ਇਹਨਾਂ ਨੂੰ ਆਪਾਂ ਮਾਈਕਰੋ ਕਹਾਵਾਂਗੇ, ਮਾਈਕਰੋ ਐਂਟਰਪ੍ਰਾਈਜ਼ਸ ਕਹਾਵਾਂਗੇ। ਕਿੰਨੀ ਇਨਵੈਸਟਮੈਂਟ ਹੋ ਸਕਦੀ ਹੈ? ਜੇ ਤੁਹਾਨੂੰ ਕਰੰਟ ਅਫੇਅਰਸ ਪੜ੍ਹੇ ਹੋਣ ਤਾਂ ਇਸ ਦੌਰਾਨ ਚੇਂਜਿੰਗ ਆਈ ਹੈ ਡੈਫੀਨੇਸ਼ਨ ਵਿੱਚ। ਦੱਸੋ। ਅਗਲਾ ਕੁਐਸਚਨ, ਕਮਰਸ਼ੀਅਲ ਪੇਪਰ ਇਜ਼ ਐਨ unsecured money market instrument issued in the form of promissory note in which year commercial paper was introduced? ਦੱਸੋ। अगला क्वेश्चन, which bank of India maintain the principal accounts of central as well as state government at central account section? ਕਿਹੜਾ ਐਸਾ ਬੈਂਕ ਹੈ ਜੋ ਮੇਨਟੇਨ ਕਰਦਾ ਪ੍ਰਿੰਸੀਪਲ ਅਕਾਊਂਟਸ, ਸੈਂਟਰ ਦੇ ਵੀ ਸਟੇਟ ਦੇ ਵੀ? अगला क्वेश्चन, हु आर एलिजिबल टू इशू द कमर्शियल पेपर? कौन कौन एलिजिबल है कमर्शियल पेपर ਨੂੰ ਇਸ਼ੂ ਕਰਨ ਲਈ? अंडर OLTAS only a single copy challan is used with the tier of portion of for a taxpayer. What does OLTAS stands for? ਦੱਸੋ। अगला क्वेश्चन, what is the minimum period of maturity prescribed for commercial paper? ਦੱਸੋ। अगला क्वेश्चन, which banks are insured by the Deposit Insurance and Credit Guarantee Corporation? ਤੁਹਾਨੂੰ ਪਤਾ ਨਾ DICGC ਕੌਣ ਹੈ? ਜੋ ਸਾਡੇ ਖਾਤਿਆਂ ਦੇ ਪਏ ਪੈਸਿਆਂ ਨੂੰ ਇੰਸ਼ੋਰ ਕਰਦੀ ਹੈ। ਤਾਂ ਦੱਸੋ ਕਿਹੜੇ ਕਿਹੜੇ ਬੈਂਕਸ ਨੂੰ ਇੰਸ਼ੋਰ ਕਰਦੀ ਹੈ? ਕਿਆ ਉਹ ਲੋਕਲ ਏਰੀਆ ਬੈਂਕਸ ਨੂੰ ਇੰਸ਼ੋਰ ਕਰਦੀ ਹੈ? ਕਿਆ ਉਹ RRB ਨੂੰ ਇੰਸ਼ੋਰ ਕਰਦੀ ਹੈ? क्या फॉरेन बैंक्स में इंश्योर कर दी है?
दसो। अगला क्वेश्चन, डैश इज अ क्विक एंड ईजी वे ऑफ ट्रांसफरिंग पर्सनल रेमिटेंस फ्रॉम बोर्ड टू बेनिफिशियरी इन इंडिया बाय इंडिया पोस्ट। दसो ऐसी केड़ा ऐसा मतलब सिस्टम है जिस द्वारा आप ईजी ट्रांसफर कर सकते हैं परसनल रेमिटेंस ਨੂੰ ਬਾਹਰ ਤੋਂ ਆਪਣੇ ਇੰਡੀਆ 'ਚ ਲਿਆ ਸਕਦੇ ਹਾਂ। ਕਿਹੜੇ ਸਿਸਟਮ ਦੁਆਰਾ ਕਰ ਸਕਦੇ ਹਾਂ ਆਪਾਂ? ਕਿਹੜਾ ਐਸਾ ਨੈਟਵਰਕ ਜਾਂ ਸਿਸਟਮ ਹੈ? ਅਗਲਾ ਕੁਐਸਚਨ ਖੁਦ ਪੜ੍ਹੋ ਤੁਸੀਂ, ਤੇ ਮੈਂ ਨਹੀਂ ਪੜ੍ਹਾਂਗਾ। देखिए ਤੁਹਾਨੂੰ समझ आ रही है नहीं आ रही। अगला क्वेश्चन 116वां, विच ऑर्गेनाइजेशन होल्डिंग दी हाईएस्ट मैक्सिमम शेयर इन नाबार्ड। नाबार्ड सब तो वड्डा शेयर किसदा है? ये आप परसेंटेज वाइज देखिए। अगला क्वेश्चन, प्रेजेंट चेयरमैन कौन है सैबी दे? अगला क्वेश्चन, at the instance of Government of India, RBI was constituted a committee to review the arrangements for institutional credit for agriculture and rural development, CREFI card, on 30 March 1979 under the chairmanship of, ਇਹਦਾ ਬਹੁਤ ਆਸਾਨ ਹੈ, ਦੱਸੋ। CREFI card ਕਮੇਟੀ ਬਿਠਾਈ ਗਈ, ਠੀਕ ਹੈ, ਗੌਰਮੈਂਟ ਆਫ ਇੰਡੀਆ ਦੇ ਕਹਿਣ 'ਤੇ RBI ਨੇ ਕਮੇਟੀ ਇਸ ਮਤਲਬ ਬਣਾਈ ਜਿਸ ਵਿੱਚ ਕੀ ਨਾਮ ਹੈ ਇੱਕ ਚੇਅਰਮੈਨ ਰੱਖਿਆ ਗਿਆ ਜਿਸ ਦਾ ਨਾਮ ਕੀ ਸੀ ਉਹ ਪੁੱਛ ਰਹੇ ਨੇ। 30 ਮਾਰਚ 1979। ਇਹ ਕ੍ਰੈਫੀ ਕਾਰਡ ਕਮੇਟੀ ਕਾਹਦੇ ਲਈ ਸੀ? ਕਿਸ ਨੂੰ ਇਸਟੈਬਲਿਸ਼ ਕਰਨ ਲਈ ਸੀ? ਦੱਸੋ। ਅਤੇ ਇਸ ਕਮੇਟੀ ਦੇ ਚੇਅਰਮੈਨ ਕੌਣ ਸਨ? VK ਮਲਹੋਤਰਾ, C ਰੰਗਾ ਰਾਜਨ, B ਸਿਵਾਰਾਮਨ, ਹਿਲਟਨ ਯੰਗ, ਜਾਂ ਨਨ ਆਫ ਦੀ ਅਬਵ। अगला क्वेश्चन, गवर्नमेंट ऑफ इंडिया द कंसर्न स्टेट गवर्नमेंट एंड द बैंक विच हैड स्पॉन्सर्ड द RRB contribute respectively to share the capital of RRB in the proportion of। RRB ਨੂੰ ਆਪਾਂ ਫੰਡ ਕਰਦੇ ਹਾਂ, ਸਪੋਂਸਰਡ ਕਰਦੇ ਹਾਂ RRB ਨੂੰ, ਉਸ ਵਿੱਚ ਡਿਵਾਈਡਿਡ ਹੈ ਰੇਸ਼ੋ, ਕਿੰਨਾ ਪੈਸਾ ਸੈਂਟਰ ਗਵਰਨਮੈਂਟ ਵੱਲੋਂ ਆਏਗਾ, ਕਿੰਨੀ ਸਟੇਟ ਦੇਗੀ, ਕਿੰਨਾ ਸਪੋਂਸਰਡ ਬੈਂਕ ਦੇਗਾ, ਉਹਦੀ ਰੇਸ਼ੋ ਪੁੱਛ ਰਹੇ ਨੇ ਤੁਹਾਡੇ ਤੋਂ, ਇਹ ਦੱਸਿਆ ਹੋਇਆ ਤੁਹਾਨੂੰ। ਅਗਲਾ ਕੁਐਸਚਨ, RRB was established in 1975 under the provisions of the ordinance promulgated on the 26th September 1975 followed by which act? ਦੱਸੋ। ਚਲੋ ਇਹ ਸੀ ਆਪਣੇ ਅੱਜ ਦੇ 70 ਕੁਐਸਚਨ, ਠੀਕ ਹੈ। ਸੋ ਤੁਸੀਂ ਮੈਨੂੰ ਆਪਣਾ ਸਕੋਰ ਦੱਸਣਾ। ਜੇ ਤੁਹਾਡੇ 50 आई थिंक 45 प्लस भी आ रहे हैं तो अच्छी गल है, क्योंकि कुछ ऐसा पार्ट है जो शायद तुमने ना किया हो, तो उसके लिए मैं थोड़ा इसनों वो कर रहा, ठीक है, बाहर रखना। मैं थोड़े 45 प्लस भी हैं तो भी अच्छी गल है। डन, मतलब 45 एक एवरेज है कि इन्ने तो होने चाहिए थोड़े, समझ गए। चलो थैंक यू। तुहानूं आंसरस मिल जाएंगे, हुण नहीं मिलणगे, तुहानूं मैं आंसरस प्रोवाइड कर दांगा, PDF के नाल ही प्रोवाइड कर दांगा, ठीक है। ओके चलो थैंक यू।